ਬਾਬਲ ਵੇੜੇ ਹੱਸੇ ਖੇਡੇ ਮੌਜਾਂ ਮਾਣੇ ਬਚਪਨ ਜਦ ਹੱਸੇ ਖੇਡੇ ਨੱਚੇ ਕੁੱਦੇ ਨਾ ਕੋਈ ਬੰਦਿਸ਼ ਨਾ ਕੋਈ ਬੱਦ ਵਿੱਚ ਫਿਕਰਾਂ ਦੇ ਪੈਨੇ ਜਾਂਦੇ ਜਦ ਹੋ ਜਾਣ ਉੱਚੇ ਲੰਮੇ ਕੱਦ ਫਿਰ ਹੌਲੀ ਹੌਲੀ ਹੋ ਜਾਣ ਕੁੱਬੇ ਸਿਰ ਬੋਝ ਵਾਲੀਆਂ ਪੰਡਾਂ ਲੱਦ ਸਦਾ ਨਾ ਰਹਿੰਦਾ ਇੱਕੋ ਜਿਹਾ ਇਹ ਜੀਵਨ ਹੈ ਵਿੱਚ ਸਮੇਂ ਦੀ ਹੱਦ ਕਾਲ ਨੂੰ ਜਿਤਲਾ ਅਕਾਲ ਧਿਆ ਕੇ ਲੈ ਸਮਝ ਤੂੰ ਆਪਣੇ ਧੁਰ ਵੱਲ ਵੱਧ ਇਹੋ ਇੱਕੋ ਹਾਲਿਆ ਮਨ ਵੀਰ ਜੇ ਤੂੰ ਬਹਿਣਾ ਸੋਹਣੇ ਬਾਬਲ ਦੀ ਗੱਦ ਜੇ ਤੂੰ ਬਹਿਣਾ ਸੋਹਣੇ ਬਾਬਲ ਦੀ ਗੱਦ। ਚੈਨਲ ਤੂੰ ਸੱਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਆ ਵਿਹੜਾ। ਅਜੋਕੇ ਸਮੇਂ ਵਿੱਚ ਘਰਾਂ ਦੀ ਬਣਤਰ ਵਿੱਚ ਆਈ ਤਬਦੀਲੀ ਕਾਰਨ ਸਾਡੇ ਵਿਚਾਰ ਅਧੀਨ ਲਿਆ ਗਿਆ ਇਹ ਸ਼ਬਦ ਵਿਹੜਾ ਸਾਡੀ ਪੰਜਾਬੀ ਮੁਹਾਰਨੀ ਵਿੱਚੋਂ ਹੌਲੀ ਹੌਲੀ ਕਰ ਕਿਧਰੇ ਅਲੋਪ ਹੁੰਦਾ ਜਾ ਰਿਹਾ ਹੈ, ਕਿਉਂਕਿ ਅੱਜ ਨਵੇਂ ਘਰਾਂ ਦੀ ਬਣਤਰ ਪਹਿਲੇ ਪੁਰਾਣੇ ਘਰਾਂ ਤੋਂ ਬਿਲਕੁਲ ਹੀ ਵੱਖਰਾ ਰੂਪ ਲੈ ਚੁੱਕੀ ਹੈ। ਜੇ ਗੱਲ ਕਰੀਏ ਪੁਰਾਤਨ ਘਰਾਂ ਦੀ, ਜਿਹੜੇ ਅੱਜ ਕੱਲ੍ਹ ਟਾਵੇਂ ਰੂਪ ਵਿੱਚ ਹੀ ਸਾਡੀਆਂ ਇਹਨਾਂ ਅੱਖਾਂ ਨੂੰ ਨਜ਼ਰੀ ਆਉਂਦੇ ਨੇ, ਤਾਂ ਉਹਨਾਂ ਦੀ ਬਣਤਰ ਅਨੁਸਾਰ ਜਾਂ ਕਹਿ ਲਓ ਉਹਨਾਂ ਘਰਾਂ ਦੀ ਉਲੀਕੀ ਗਈ ਰੂਪ ਰੇਖਾ ਦੇ ਅਨੁਸਾਰ ਪਿਛਲੇ ਹਿੱਸੇ ਵਿੱਚ ਕਮਰੇ, ਅੱਗੇ ਬਰਾਂਡਾ, ਬਰਾਂਡੇ ਤੋਂ ਅੱਗੇ ਉਹ ਖੁੱਲ੍ਹੀ ਥਾਂ ਜਿਸ ਨੂੰ ਪੰਜਾਬੀ ਬੋਲੀ ਸ਼ੈਲੀ ਵਿੱਚ ਵਿਹੜੇ ਦਾ ਨਾਮ ਦਿੱਤਾ ਜਾਂਦਾ ਆ, ਉਹ ਵਿਹੜਾ ਅੱਜ ਬੰਦ ਕੋਠੀਆਂ ਦੀ ਬੰਦ ਚਾਰ ਦੀਵਾਰੀ ਵਿੱਚ ਕਿਧਰੇ ਗੁੰਮ ਜਿਹਾ ਹੋ ਗਿਆ ਨਜ਼ਰੀ ਪੈਂਦਾ ਆ। ਪਰ ਇੱਕ ਸਮੇਂ ਵੱਖਰੀ ਹੀ ਰੌਣਕ ਹੁੰਦੀ ਸੀ ਖੁੱਲ੍ਹੇ ਘਰਾਂ ਵਿੱਚ ਖੁੱਲ੍ਹੇ ਡੁੱਲੇ ਸਾਂਝੇ ਵਿਹੜੇ ਦੀ, ਜਿਸ ਵਿਹੜੇ ਵਿੱਚ ਦਿਨ ਸਮੇਂ ਬੱਚਿਆਂ ਦੇ ਖੇਡਣ ਦੀ ਚਹਿਲ ਪਹਿਲ ਤੇ ਰਾਤ ਨੂੰ ਉਸੇ ਹੀ ਵਿਹੜੇ ਵਿੱਚ ਮੰਜੇ ਡਾਹ ਬਹਿ ਕੇ ਦਾਦੇ ਦਾਦੀ ਕੋਲੋਂ ਕਿਸੇ ਕਹਾਣੀਆਂ ਤੇ ਬਾਤਾਂ ਦਾ ਸੁਣਨਾ। ਪਰ ਅੱਜ ਉਹ ਸਾਂਝਾ ਵਿਹੜਾ ਤੇ ਵਿਹੜੇ ਵਿਚਲੀ ਉਹ ਰੌਣਕ ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਕਿਤੇ ਸਿਮਟ ਕੇ ਰਹਿ ਗਈ ਆ। ਤੇ ਜਿਵੇਂ ਦੁਨਿਆਵੀ ਤਲ ਤੇ ਇੱਕ ਸਾਂਝੇ ਵਿਹੜੇ ਦੀ ਰੌਣਕ ਅੱਡ-ਅੱਡ ਘਰਾਂ ਦੀਆਂ ਦੀਵਾਰਾਂ ਅੰਦਰ ਸਿਮਟ ਕੇ ਆਪਸੀ ਸਾਂਝ ਤੋਂ ਦੂਰ ਹੋਈ, ਕੁਝ ਇਸੇ ਹੀ ਤਰ੍ਹਾਂ ਦਾ ਵਾਕਿਆਤ ਮੁੱਦਤਾਂ ਪਹਿਲਾਂ ਸਾਡੇ ਨਾਲ ਉਦੋਂ ਵਾਪਰਿਆ ਜਦੋਂ ਸਿਰਫ ਇੱਕ ਹੀ ਸਾਂਝੇ ਵਿਹੜੇ ਤੋਂ ਇੱਕੋ ਬਾਪ ਦੀ ਔਲਾਦ ਨੂੰ ਵੱਖੋ ਵੱਖਰੇ ਘਰਾਂ ਦੀ ਚਾਰ ਦੀਵਾਰੀ ਅੰਦਰ ਸਿਮਟਣ ਦਾ ਦੁੱਖ ਸਹਿਣਾ ਪਿਆ। ਅਸੀਂ ਗੱਲ ਕਰਨ ਲੱਗੇ ਹਾਂ ਏਕ ਪਿਤਾ ਏਕ ਸਕੇਹਮ ਬਾਰਿਕ ਮੂਲ ਮਾਲਕ ਪਰਮ ਪੁਰਖ ਪਿਤਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਉਸ ਪਰਮ ਪੁਰਖ ਸਭ ਦੇ ਸਾਂਝੇ ਪਿਤਾ ਦੀ ਅੰਸ ਆਤਮਾ ਦੀ ਜੋ ਸਾਡੇ ਪਿਤਾ ਦੇ ਸਾਂਝੇ ਵਿਹੜੇ ਤੋਂ ਜਦੋਂ ਅਲੱਗ ਹੋਈ ਤਾਂ ਪੰਜਾਂ ਤੱਤਾਂ ਦੀ ਕਾਇਆ ਰੂਪੀ ਕੋਠੜੀ ਦੀਆਂ ਬੰਦ ਦੀਵਾਰਾਂ ਦੇ ਅੰਦਰ ਐਸਾ ਸਿਮਟੀ ਕਿ ਫਿਰ ਦੁਬਾਰਾ ਉਸ ਇੱਕ ਵਿਹੜੇ ਤੱਕ ਪਹੁੰਚਣ ਤੋਂ ਅਸਮਰੱਥ ਹੋਰ ਕਈ ਵਿਹੜਿਆਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਗਈ। ਪੰਜਵੇਂ ਪਾਤਸ਼ਾਹ ਆਖਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਚੋਇਓ। ਕਿਉਂਕਿ ਜਦੋਂ ਵਾਪਸ ਆਪਣੇ ਵਿਹੜੇ ਵਿੱਚ ਨਾ ਪਰਤਿਆ ਗਿਆ ਤੇ ਫਿਰ ਸਮੇਂ ਦੀਆਂ ਦੀਵਾਰਾਂ ਨੇ ਸਾਨੂੰ ਸਮੇਂ ਦੀਆਂ ਕੋਠੜੀਆਂ ਵਿੱਚ ਐਸਾ ਬੰਦ ਕਰ ਦਿੱਤਾ ਕਿ ਬਾਬਲ ਦੇ ਖੁੱਲ੍ਹੇ ਵਿਹੜੇ ਦੀ ਆਜ਼ਾਦੀ ਤੇ ਰੌਣਕ ਦੋਵੇਂ ਹੀ ਸਾਥੋਂ ਕਿਤੇ ਖੁੱਸੇ ਰਹਿ ਗਏ। ਤੀਸਰੇ ਪਾਤਸ਼ਾਹ ਆਖਦੇ ਨੇ ਮਰ ਜੰਮੈ ਫਿਰ ਆਵੇ ਜਾਮ ਦਰ ਚੋਟਾਂ ਖਾਵਣਿਆ। ਤੇ ਹੁਣ ਇੱਥੇ ਮਸਲਾ ਇਹ ਆ ਕਿ ਕਿਸ ਤਰੀਕੇ ਇਹਨਾਂ ਘੁੱਟਣ ਭਰੀਆਂ ਕੋਠੜੀਆਂ 'ਚੋਂ ਆਜ਼ਾਦ ਹੋ ਮੁੜ ਆਪਣੇ ਬਾਬਲ ਦੇ ਉਸ ਸਾਂਝੇ ਤੇ ਬਿਨਾਂ ਦੀਵਾਰਾਂ ਵਾਲੇ ਖੁੱਲ੍ਹੇ ਡੁੱਲੇ ਵਿਹੜੇ ਤੱਕ ਪਹੁੰਚਿਆ ਜਾਵੇ ਜਿਸ ਵਿਹੜੇ ਦੀ ਆਜ਼ਾਦੀ ਤੇ ਰੌਣਕ ਸਾਥੋਂ ਮੁੱਦਤਾਂ ਪਹਿਲਾਂ ਖੁੱਸ ਗਈ ਸੀ। ਤੇ ਉਸ ਤੋਂ ਵੀ ਪਹਿਲਾਂ ਇਹ ਜਾਣਨਾ ਜ਼ਰੂਰੀ ਆ ਕਿ ਉਸ ਵਿਹੜੇ ਤੱਕ ਨਾ ਪਹੁੰਚਣ ਦਾ ਕਾਰਨ ਕੀ ਆ। ਤੇ ਸਮਝਣ ਦੇ ਲਈ ਉਦਾਹਰਣ ਲੈਂਦੇ ਹਾਂ ਕਿ ਜਦੋਂ ਦੁਨਿਆਵੀ ਤਲ ਤੇ ਇੱਕੋ ਹੀ ਪਰਿਵਾਰ ਰੂਪੀ ਸਾਂਝਾ ਵਿਹੜਾ ਇੱਕ ਤੋਂ ਕਈ ਹਿੱਸਿਆਂ ਵਿੱਚ ਵੰਡਦਾ ਏ ਤੇ ਕਾਰਨ ਬਣਦੇ ਨੇ ਆਪਸੀ ਰਿਸ਼ਤਿਆਂ ਵਿੱਚ ਆਏ ਕੁਝ ਐਸੇ ਵਿਗਾੜ ਜੋ ਸਾਂਝੇ ਵਿਹੜੇ ਨੂੰ ਸਾਂਝ ਤੋਂ ਵਿਖਰੇਵੇਂ ਵੱਲ ਲੈ ਜਾਂਦੇ ਨੇ ਤੇ ਸਾਥੋਂ ਸਾਡੇ ਸਮਰੱਥ ਪੁਰਖ ਦੇ ਵਿਹੜੇ ਤੱਕ ਇਸ ਲਈ ਨਹੀਂ ਪਹੁੰਚਿਆ ਜਾਂਦਾ ਕਿਉਂਕਿ ਇਸ ਤੱਤਾਂ ਰੂਪੀ ਕੋਠੜੀ ਵਿੱਚ ਵੀ ਵਿਕਾਰ ਤੇ ਔਗਣ ਰੂਪੀ ਕਈ ਵਿਗਾੜ ਸਾਡਾ ਰਾਹ ਰੋਕੀ ਖੜੇ ਨੇ। ਜਿਵੇਂ ਕਹਿੰਦੇ ਨੇ ਨਾ ਕਿ ਵਿਗੜੇ ਇੱਕ ਤੇ ਸਮਝਾਵੇ ਵਿਹੜਾ ਪਰ ਜਦੋਂ ਵਿਗੜੇ ਵਿਹੜਾ ਫਿਰ ਸਮਝਾਵੇ ਕਿਹੜਾ। ਹੁਣ ਇੱਥੇ ਤੰਦ ਨਹੀਂ ਤਾਣੀ ਵਿਗੜੀ ਪਈ ਆ ਕਿਉਂਕਿ ਹਰ ਕਾਇਆ ਕੋਠੜੀ ਦੇ ਵਿੱਚ ਵਿਕਾਰ ਤੇ ਔਗਣ ਰੂਪੀ ਵਿਗਾੜ ਸਾਡਾ ਰਾਹ ਰੋਕੀ ਖੜੇ ਨੇ। ਤੇ ਜਿਵੇਂ ਸਾਂਝੇ ਪਰਿਵਾਰ ਵਿੱਚ ਪਏ ਵਿਗਾੜਾਂ ਦਾ ਸਾਂਝੇ ਸੱਜਣਾ ਦੁਆਰਾ ਪੈ ਲੈ ਕੇ ਹੱਲ ਕੀਤਾ ਜਾਂਦਾ ਆ, ਇਸੇ ਤਰ੍ਹਾਂ ਇਹਨਾਂ ਵਿਕਾਰਾਂ ਰੂਪੀ ਵਿਗਾੜਾਂ ਨੂੰ ਸਦਗੁਣ ਰੂਪੀ ਸੱਜਣਾ ਦੁਆਰਾ ਹੱਲ ਕਰ ਕੋਸ਼ਿਸ਼ ਕਰੀਏ ਆਪਣੇ ਸੱਤ ਪੁਰਖ ਪਿਤਾ ਦੇ ਵਿਹੜੇ ਤੱਕ ਪਹੁੰਚ ਬਣਾਉਣ ਦੀ। ਤੇ ਫਿਰ ਆਓ ਆਪਣੇ ਸਾਂਝੇ ਪਿਤਾ ਦੇ ਸਾਂਝੇ ਵਿਹੜੇ ਤੱਕ ਪਹੁੰਚਣ ਦੇ ਲਈ ਹੱਥ ਫੜੀਏ ਆਪਣੇ ਸੱਜਣਾ ਦਾ ਤੇ ਹੱਲ ਕਰੀਏ ਜੱਤ ਦੁਆਰਾ ਕਾਮ ਰੂਪੀ ਵਿਗਾੜ ਦਾ, ਦਇਆ ਦੁਆਰਾ ਮੋਹ, ਪ੍ਰੇਮ ਦੁਆਰਾ ਕ੍ਰੋਧ, ਸਬਰ ਸੰਤੋਖ ਦੁਆਰਾ ਲੋਭ ਤੇ ਨਿਮਰਤਾ ਦੁਆਰਾ ਹੰਕਾਰ ਰੂਪੀ ਵਿਗਾੜ ਦਾ। ਤੇ ਫਿਰ ਹੀ ਇਹਨਾਂ ਤੱਤਾਂ ਦੀ ਕੋਠੜੀ 'ਚੋਂ ਆਜ਼ਾਦ ਹੋ ਕੇ ਅਸੀਂ ਮਾਣ ਸਕਦੇ ਹਾਂ ਇੱਕੋ ਹੀ ਸਾਂਝੇ ਵਿਹੜੇ ਦੀ ਆਜ਼ਾਦੀ ਨੂੰ, ਆਪਣੇ ਬਾਬਲੇ ਸਤਿਪੁਰਖ ਪਿਤਾ ਜੀ ਦੀ ਗੋਦ ਵਿੱਚ ਬੈਠ ਕੇ ਸੁਣ ਸਕਦੇ ਹਾਂ ਅਨਹਦ ਰੂਪੀ ਰਾਗ ਰਤਨ ਦੀਆਂ ਲੋਰੀਆਂ ਨੂੰ।
ਇਸ ਲਈ ਇਸ ਮਨੁੱਖਾ ਦੇਹੀ ਦਾ ਸਮਾਂ ਰਹਿੰਦਿਆਂ ਯਤਨ ਕਰੀਏ, ਹੱਲ ਕਰ ਲਈਏ, ਹੀਲਾ ਕਰ ਲਈਏ ਆਪਣੇ ਬਾਬਲ ਦੇ ਵਿਹੜੇ ਤੱਕ ਪਹੁੰਚਣ ਦਾ, ਕਿਉਂਕਿ ਬਾਬਲ ਦੇ ਉਸੇ ਹੀ ਵਿਹੜੇ ਵਿੱਚ ਪਹੁੰਚ ਕੇ ਅਸੀਂ ਇਹਨਾਂ ਤੱਤਾਂ ਦੀਆਂ ਕੋਠੜੀਆਂ ਦੀ ਚਾਰ ਦੀਵਾਰੀ ਤੋਂ ਸਦਾ ਲਈ ਆਜ਼ਾਦੀ ਪਾ ਸਕਦੇ ਹਾਂ। ਸਤਿ ਸ੍ਰੀ ਅਕਾਲ ਜੀ।